ਸਲੋਕ ਮਨ ਸਾਚਾ ਮੁਖ ਸਾਚਾ ਸੋਏ। ਜਿਸ ਮਨੁੱਖ ਦੇ ਮਨ ਵਿੱਚ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ, ਜੋ ਮੂੰਹੋਂ ਵੀ ਉਸੇ ਪ੍ਰਭੂ ਨੂੰ ਜਪਦਾ ਹੈ। ਆਵਰ ਨਾ ਵੇਖਿਆ ਏਕਸ ਬਿਨ ਕੋਇ। ਜੋ ਮਨੁੱਖ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਵੇਖਦਾ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਲੱਛਣ ਤੋਂ ਭਾਵ ਗੁਣ। ਗੁਰੂ ਸਾਹਿਬ ਕਹਿੰਦੇ ਹਨ, ਐਸੇ ਜਿਹੜੇ ਗੁਣ ਹਨ, ਜੇ ਕਿਸੇ ਵਿਅਕਤੀ ਦੇ ਵਿੱਚ ਹੁੰਦੇ ਹਨ ਤਾਂ ਇਹਨਾਂ ਗੁਣਾਂ ਦੇ ਕਾਰਨ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਹੈ, ਉਹਦੇ ਵਿੱਚ ਮਨੁੱਖ ਜਿਹੜਾ ਹੈਗਾ ਵਿਕਾਰਾਂ ਵੱਲੋਂ ਨਿਰਲੇਪ ਤੋਂ ਭਾਵ ਬੇਦਾਗ ਹੋ ਜਾਂਦਾ ਹੈ। ਕਿਸੇ ਵੀ ਵਿਕਾਰ ਦਾ ਕੋਈ ਦਾਗ ਨਹੀਂ ਰਹਿ ਜਾਂਦਾ। ਜੈਸੇ ਜਲ ਮਹਿ ਕਮਲ ਅਲੇਪ। ਉਦਾਹਰਨ ਦੇ ਤੌਰ 'ਤੇ ਗੁਰੂ ਸਾਹਿਬ ਦੱਸਦੇ ਹਨ, ਜਿਵੇਂ ਪਾਣੀ ਦੇ ਵਿੱਚ ਉੱਗਿਆ ਹੋਇਆ ਕਮਲ ਦਾ ਫੁੱਲ, ਜਿਹੜੇ ਉਹਦੇ ਨੀਚੇ ਵਾਲਾ ਸਾਰਾ ਹਿੱਸਾ ਹੈ, ਜੜ ਹੈ, ਉਹ ਚਿੱਕੜ ਦੇ ਵਿੱਚ ਹੈ ਅਤੇ ਫੁੱਲ ਜਿਹੜਾ ਹੈਗਾ ਉਹ ਉੱਪਰ ਹੈ। ਚਿੱਕੜ ਤੋਂ ਪਾਣੀ ਤੋਂ ਉਹਨੂੰ ਕੋਈ ਦਾਗ ਨਹੀਂ ਲੱਗਿਆ ਹੋਇਆ। ਇਸੇ ਪ੍ਰਕਾਰ ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ, ਉਹ ਬੇਦਾਗ ਹੁੰਦੀ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ। ਨਿਰਦੋਖ ਤੋਂ ਭਾਵ ਦੋਖ ਰਹਿਤ। ਦੋਖ ਤੋਂ ਭਾਵ ਜਿਹੜੇ ਦੋਸ਼ ਨੇ, ਪਾਪ ਨੇ, ਪਾਪਾਂ ਤੋਂ ਬਰੀ। ਬ੍ਰਹਮ ਗਿਆਨੀ ਮਨੁੱਖ ਦੀ ਜਿਹੜੀ ਅਵਸਥਾ ਹੈ, ਸਾਰੇ ਪਾਪਾਂ ਨੂੰ ਸਾੜ ਦਿੰਦੇ ਹਨ, ਪਾਪਾਂ ਤੋਂ ਬਚੇ ਰਹਿੰਦੇ ਹਨ। ਜੈਸੇ ਸੂਰ ਸਰਬ ਕਉ ਸੋਖ। ਗੁਰੂ ਸਾਹਿਬ ਕਹਿੰਦੇ ਨੇ, ਜਿਵੇਂ ਸੂਰ ਤੋਂ ਭਾਵ ਸੂਰਜ। ਸੂਰਜ ਸਭ ਨੂੰ ਸੋਖ ਲੈਂਦਾ ਹੈ, ਭਾਵ ਜੇ ਮੀਂਹ ਪਿਆ, ਮੀਂਹ ਦਾ ਪਾਣੀ ਕਿਤੇ ਖੜ੍ਹਾ, ਸੂਰਜ ਨੇ ਉਹ ਸੁਖਾ ਦੇਣਾ। ਕੋਈ ਗਿੱਲੀ ਮਿੱਟੀ ਹੈ, ਉਹ ਵੀ ਸੁਖਾ ਦੇਣੀ ਹੈ। ਇਸੇ ਪ੍ਰਕਾਰ ਬ੍ਰਹਮ ਗਿਆਨੀ ਆਪਣੇ ਅੰਦਰੋਂ ਵਿਕਾਰਾਂ ਨੂੰ ਜਾਂ ਪਾਪਾਂ ਨੂੰ ਸਾੜ ਦਿੰਦੇ ਹਨ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਬ੍ਰਹਮ ਗਿਆਨੀ ਦੇ ਅੰਦਰ ਸਭ ਵੱਲ ਇੱਕੋ ਜਿਹੀ ਨਜ਼ਰ ਨਾਲ ਤੱਕਣ ਦਾ ਸੁਭਾਅ ਹੁੰਦਾ ਹੈ। ਉਹ ਵੈਰੀ ਔਰ ਮਿੱਤਰ ਨੂੰ ਇੱਕੋ ਜਿਹਾ ਜਾਣਦੇ ਹਨ, ਕਿਉਂਕਿ ਹਰੇਕ ਦੇ ਵਿੱਚ ਪਰਮਾਤਮਾ ਦਿਖਦਾ ਹੈ। ਜਿਵੇਂ ਕਿ ਭਾਈ ਕਨ੍ਹਈਆ ਜੀ ਦੀ ਅਵਸਥਾ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਜਿਵੇਂ ਹਵਾ ਹੈ, ਪਵਾਨ ਤੋਂ ਭਾਵ ਪਵਨ, ਹਵਾ, ਇਹ ਰਾਜੇ ਨੂੰ ਅਤੇ ਰੰਕ ਤੋਂ ਭਾਵ ਭਿਖਾਰੀ ਨੂੰ ਇੱਕੋ ਜਿਹੀ ਲੱਗਦੀ ਹੈ। ਜੇ ਦੋਵੇਂ ਜਣੇ ਇੱਕੋ ਥਾਵੇਂ ਖੜ੍ਹਾ ਦਿਓ ਤਾਂ ਜਿਹੜੀ ਹਵਾ ਹੈ ਉਹ ਸੇਮ ਹੀ ਲੱਗਦੀ ਹੈ। ਇਸੇ ਪ੍ਰਕਾਰ ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ, ਉਹਨਾਂ ਦੀ ਦ੍ਰਿਸ਼ਟੀ ਇੱਕੋ ਸਮਾਨ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ। ਏਕ ਤੋਂ ਭਾਵ ਇਕਤਾਰ, ਕੰਟੀਨਿਊਸ। ਜਿਹੜਾ ਉਹਨਾਂ ਦਾ ਅੰਦਰਲਾ ਹੌਂਸਲਾ ਹੈ, ਧੀਰਜ ਹੈ, ਸਹਿਜ ਹੈ, ਉਹ ਇੱਕੋ ਜਿਹਾ ਰਹਿੰਦਾ ਹੈ, ਡੋਲਦਾ ਨਹੀਂ। ਜਿਉਂ ਬਸੁਧਾ ਕੋਉ ਖੋਦੈ ਕੋਉ ਚੰਦਨ ਲੇਪ। ਬਸੁਧਾ ਤੋਂ ਭਾਵ ਧਰਤੀ। ਜਿਹੜੀ ਧਰਤੀ ਹੈ, ਧਰਤੀ ਨੂੰ ਜਿਵੇਂ ਕੋਈ
ਖੋਦਦਾ ਤੇ ਕੋਈ ਚੰਦਨ ਦਾ ਲੇਪ ਲਗਾਉਂਦਾ, ਪਰ ਧਰਤੀ ਨੂੰ ਪਰਵਾਹ ਨਹੀਂ, ਉਹ ਅਡੋਲ ਹੈ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ। ਗੁਰੂ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਮਨੁੱਖਾਂ ਦਾ ਵੀ ਇਹੀ ਗੁਣ ਹੈ। ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ, ਹਰੇਕ ਚੀਜ਼ ਦੀ ਮੈਲ ਸਾੜ ਦੇਣੀ, ਇਸੇ ਪ੍ਰਕਾਰ ਬ੍ਰਹਮ ਗਿਆਨੀ ਕੋਲ ਜੇ ਆਪਾਂ ਜਾਈਏ, ਸੰਗਤ ਕਰੀਏ, ਤਾਂ ਉਹ ਸਾਡੇ ਅੰਦਰੋਂ ਵਿਕਾਰਾਂ ਦਾ ਨਾਸ਼ ਕਰ ਦਿੰਦੇ ਹਨ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਬ੍ਰਹਮ ਗਿਆਨੀ ਮਨੁੱਖ ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿੰਦਾ ਹੈ। ਨਿਰਮਲ ਤੇ ਨਿਰਮਲਾ ਤੋਂ ਭਾਵ ਮਹਾ ਨਿਰਮਲ, ਬਹੁਤ ਨਿਮਰਤਾ ਹੁੰਦੀ ਹੈ। ਜੈਸੇ ਮੈਲ ਨਾ ਲਾਗੈ ਜਲਾ। ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਕੇ ਦੱਸਦੇ ਹਨ, ਜਿਵੇਂ ਜਲ ਨੂੰ ਮੈਲ ਨਹੀਂ ਲੱਗਦੀ, ਇਸੇ ਤਰ੍ਹਾਂ ਬ੍ਰਹਮ ਗਿਆਨੀ ਨੂੰ ਵੀ ਕੋਈ ਵਿਕਾਰ ਰੂਪੀ ਮੈਲ ਨਹੀਂ ਲੱਗਦੀ, ਉਹ ਹਮੇਸ਼ਾ ਨਿਰਮਲ ਰਹਿੰਦੇ ਆ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਦੇ ਮਨ ਵਿੱਚ ਇਹ ਚਾਨਣ ਹੋ ਜਾਂਦਾ ਹੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ। ਮਨ ਹੋਏ ਪ੍ਰਗਾਸ। ਜੈਸੇ ਧਰ ਊਪਰ ਆਕਾਸ਼। ਜਿਵੇਂ ਧਰਤੀ, ਧਰ ਤੋਂ ਭਾਵ ਧਰਤੀ ਦੇ ਉੱਪਰ ਆਕਾਸ਼ ਹਰੇਕ ਥਾਂ 'ਤੇ ਵਿਆਪਕ ਹੈ। ਜਿੱਥੇ ਧਰਤੀ ਹੈ ਉੱਥੇ ਉੱਪਰ ਆਕਾਸ਼ ਹੈ। ਇਸੇ ਪ੍ਰਕਾਰ ਉਹਨਾਂ ਦੇ ਮਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਮਿੱਤਰ ਹੁੰਦੇ ਨੇ ਦੋਸਤ, ਸਤਰ ਹੁੰਦੇ ਨੇ ਵੈਰੀ, ਸ਼ਤਰੂ। ਗੁਰੂ ਸਾਹਿਬ ਕਹਿੰਦੇ ਹਨ, ਇਹਨਾਂ ਦੀ ਅਵਸਥਾ ਇੰਨੀ ਉੱਚੀ ਬਣ ਜਾਂਦੀ ਹੈ ਕਿ ਸੱਜਣ ਅਤੇ ਵੈਰੀ ਇੱਕੋ ਜਿਹਾ ਲੱਗਦਾ ਹੈ। ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ। ਕਿਉਂਕਿ ਉਸ ਦੇ ਅੰਦਰ ਅਹੰਕਾਰ ਨਹੀਂ ਹੈ, ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਜਾਂ ਸੋਗ ਨਹੀਂ ਹੈ। ਬ੍ਰਹਮ ਗਿਆਨੀ ਊਚ ਤੇ ਉੱਚਾ। ਬ੍ਰਹਮ ਗਿਆਨੀ ਦੀ ਜਿਹੜੀ ਆਤਮਿਕ ਅਵਸਥਾ ਹੈ ਉਹ ਸਭ ਤੋਂ ਉੱਚਾ ਹੈ। ਮਨ ਆਪਣੇ ਹੈ ਸਭ ਤੇ ਨੀਚਾ, ਪਰ ਆਪਣੇ ਮਨ ਵਿੱਚ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ। ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਹੈ ਉਹੀ ਮਨੁੱਖ ਬ੍ਰਹਮ ਗਿਆਨੀ ਬਣਦੇ ਹਨ। ਨਾਨਕ ਜਿਨ ਪ੍ਰਭ ਆਪ ਕਰੇ। ਹੇ ਨਾਨਕ, ਜਿਨ੍ਹਾਂ ਨੂੰ ਪ੍ਰਭੂ ਆਪ ਇਹ ਅਵਸਥਾ ਦਿੰਦਾ ਹੈ, ਆਪ ਬ੍ਰਹਮ ਗਿਆਨੀ ਬਣਾਉਂਦਾ ਹੈ, ਉਹੀ ਬ੍ਰਹਮ ਗਿਆਨੀ ਬਣਦੇ ਹਨ। ਬ੍ਰਹਮ ਗਿਆਨੀ ਸਗਲ ਕੀ ਰੀਨਾ। ਬ੍ਰਹਮ ਗਿਆਨੀ ਸਾਰੇ ਸੰਸਾਰ ਦੇ ਪਿਆਰਾਂ ਦੀ ਖਾਕ ਹੋ ਕੇ ਰਹਿੰਦਾ ਹੈ। ਰੀਨਾ ਤੋਂ ਭਾਵ ਚਰਨ ਧੂੜ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਆਤਮ ਰਸ ਭਾਵ ਆਤਮਾ ਦਾ ਆਨੰਦ। ਚੀਨਾ ਤੋਂ ਭਾਵ ਪਛਾਣਿਆ। ਜਿਹੜੇ ਸਾਡੇ ਅੰਦਰ ਆਤਮਿਕ ਆਨੰਦ ਹੈ, ਬ੍ਰਹਮ ਗਿਆਨੀ ਇਹਨਾਂ ਨੂੰ ਪਛਾਣ ਲੈਂਦਾ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ। ਬ੍ਰਹਮ ਗਿਆਨੀਆਂ ਦੀ ਸਭ ਉੱਤੇ ਖੁਸ਼ੀ ਹੁੰਦੀ ਹੈ, ਭਾਵ ਬ੍ਰਹਮ ਗਿਆਨੀ ਸਭ ਨਾਲ ਹੱਸਦੇ ਮੱਥੇ ਰਹਿੰਦੇ ਹਨ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਕੱਛ ਤੋਂ ਭਾਵ ਕੋਈ ਕੰਮ ਜਾਂ ਗੱਲ, ਉਹ ਕੋਈ ਮੰਦਾ ਕੰਮ ਨਹੀਂ ਕਰਦੇ,
ਬ੍ਰਹਮ ਗਿਆਨੀ ਸਦਾ ਸਮਦਰਸੀ। ਸਮ ਤੋਂ ਭਾਵ ਇੱਕੋ ਜਿਹਾ, ਦਰਸੀ ਤੋਂ ਭਾਵ ਵੇਖਣਾ ਜਾਂ ਵੇਖਣ ਵਾਲਾ। ਬ੍ਰਹਮ ਗਿਆਨੀ ਸਦਾ ਸਭ ਵੱਲ ਇੱਕੋ ਜਿਹੀ ਨਜ਼ਰ ਨਾਲ ਵੇਖਦੇ ਹਨ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਉਹਨਾਂ ਦੀ ਦੇਖਣੀ ਵਿੱਚੋਂ, ਦ੍ਰਿਸ਼ਟੀ ਵਿੱਚੋਂ ਨਾਮ ਰੂਪ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਮੁਕਤਾ ਤੋਂ ਭਾਵ ਆਜ਼ਾਦ। ਬ੍ਰਹਮ ਗਿਆਨੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਅਤੇ ਉਹਨਾਂ ਦੀ ਜਿਹੜੀ ਜੁਗਤਾ ਤੋਂ ਭਾਵ ਤਰੀਕਾ ਹੈ ਜ਼ਿੰਦਗੀ ਗੁਜ਼ਾਰਨ ਦਾ ਢੰਗ, ਉਹ ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਨਿਰਮਲ, ਮਲ ਕਹਿੰਦੇ ਹਨ ਮੈਲ ਨੂੰ, ਨਿਰ ਤੋਂ ਭਾਵ ਮੈਲ ਤੋਂ ਬਿਨਾਂ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਬ੍ਰਹਮ ਗਿਆਨੀਆਂ ਦਾ ਜਿਹੜਾ ਭੋਜਨ ਹੁੰਦਾ, ਖੁਰਾਕ, ਉਹ ਗਿਆਨ ਹੈ। ਭਾਵ ਬਾਣੀ ਪੜ੍ਹਨੀ ਜਾਂ ਬਾਣੀ ਦੇ ਅਰਥ ਸਿਖਾਉਣੇ ਜਾਂ ਇਹੋ ਜਿਹੀਆਂ ਵਿੱਦਿਆ ਪ੍ਰਦਾਨ ਕਰਨੀਆਂ, ਇਹੀ ਉਹਨਾਂ ਦਾ ਗਿਆਨ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਹੇ ਨਾਨਕ, ਬ੍ਰਹਮ ਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ। ਉਹਨਾਂ ਦਾ ਧਿਆਨ ਸਿਰਫ ਬ੍ਰਹਮ ਗਿਆਨ ਦੇ ਵਿੱਚ ਲੱਗਿਆ ਰਹਿੰਦਾ ਹੈ। ਬ੍ਰਹਮ ਗਿਆਨੀ ਏਕ ਊਪਰ ਆਸ। ਬ੍ਰਹਮ ਗਿਆਨੀ ਇੱਕ ਅਕਾਲ ਪੁਰਖ ਉੱਤੇ ਆਸ ਰੱਖਦਾ ਹੈ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਜਿਹੜੀ ਇਹ ਅਵਸਥਾ ਹੈ ਬ੍ਰਹਮ ਗਿਆਨ ਦੀ, ਇਸ ਉੱਚੀ ਆਤਮਕ ਅਵਸਥਾ ਦਾ ਕਦੇ ਨਾਸ ਨਹੀਂ ਹੁੰਦਾ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ। ਗਰੀਬੀ ਤੋਂ ਭਾਵ ਨਿਮਰਤਾ, ਸਮਾਹਾ ਤੋਂ ਭਾਵ ਟਿਕਣਾ, ਟਿਕੀ ਹੋਈ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਗਰੀਬੀ ਟਿਕੀ ਰਹਿੰਦੀ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਉਮਾਹਾ ਤੋਂ ਭਾਵ ਉਤਸ਼ਾਹ। ਬ੍ਰਹਮ ਗਿਆਨੀ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚਾਅ ਉਹਨਾਂ ਦੇ ਮਨ 'ਚ ਚੜ੍ਹਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਨਾ ਹੀ ਧੰਦਾ। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਮਾਇਆ ਦਾ ਜੰਜਾਲ ਨਹੀਂ ਵਿਆਪਦਾ। ਉਹਨਾਂ ਦੇ ਸਾਰੇ ਕੰਮ ਸੁੱਤੇ ਸਿੱਧ ਹੀ ਹੋ ਜਾਂਦੇ ਹਨ। ਬ੍ਰਹਮ ਗਿਆਨੀ ਲੈ ਧਾਵਤ ਬੰਧਾ। ਕਿਉਂਕਿ ਉਹ ਭਟਕਦੇ ਮਨ ਨੂੰ ਕਾਬੂ ਕਰਕੇ ਮਾਇਆ ਵੱਲੋਂ ਰੋਕ ਸਕਦਾ ਹੈ। ਧਾਵਤ ਤੋਂ ਭਾਵ ਦੌੜਨਾ, ਬੰਧਾ ਤੋਂ ਭਾਵ ਰੋਕ ਕੇ ਰੱਖਣਾ, ਬੰਨ੍ਹ ਕੇ ਰੱਖਣਾ। ਦੌੜਦੇ ਮਨ ਨੂੰ ਕਾਬੂ ਵਿੱਚ ਕਰ ਲੈਂਦੇ ਹਨ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਜੋ ਕੁਝ ਵੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ, ਬ੍ਰਹਮ ਗਿਆਨੀ ਨੂੰ ਆਪਣੇ ਮਨ ਵਿੱਚ ਭਲਾ ਪ੍ਰਤੀਤ ਹੁੰਦਾ ਵੀ ਜੋ ਵੀ ਹੋ ਰਿਹਾ ਉਹ ਭਲਾ ਹੀ ਹੈ, ਉਹ ਚੰਗਾ ਹੀ ਹੈ। ਬ੍ਰਹਮ ਗਿਆਨੀ ਸੁਫਲ ਫਲਾ। ਇਸ ਤਰ੍ਹਾਂ ਦੀ ਅਵਸਥਾ ਨਾਲ ਵੀ ਜੋ ਕੁਝ ਹੋ ਰਿਹਾ ਚੰਗਾ ਹੋ ਰਿਹਾ, ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ। ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ। ਸੋ ਫਲ ਫਲਾ, ਫਲਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਬ੍ਰਹਮ ਗਿਆਨੀ ਦੀ ਸੰਗਤ ਵਿੱਚ ਸਭ ਦਾ ਬੇੜਾ ਪਾਰ ਹੁੰਦਾ ਹੈ। ਸੰਗ ਸਗਲ ਉਧਾਰ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਕਿਉਂਕਿ ਹੇ ਨਾਨਕ, ਬ੍ਰਹਮ ਗਿਆਨੀ ਦੀ ਰਾਹੀਂ ਭਾਵ ਉਹਨਾਂ ਦੀ ਸੰਗਤ ਕੀਤਿਆਂ ਸਾਰਾ ਜਗਤ ਹੀ ਪ੍ਰਭੂ ਦਾ ਨਾਮ ਜਪਣ ਲੱਗ ਪੈਂਦਾ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ।
ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਦਾ ਇੱਕ ਅਕਾਲ ਪੁਰਖ ਦਾ ਪਿਆਰ ਵਸਦਾ ਹੈ। ਇੱਕ ਹੈ ਇੱਕ ਪ੍ਰਭੂ ਦਾ ਰੰਗ ਤੋਂ ਭਾਵ ਪਿਆਰ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਉਹਨਾਂ ਦੇ ਹਿਰਦੇ ਵਿੱਚ ਇੱਕੋ ਰੰਗ ਪ੍ਰਭੂ ਦਾ ਪਿਆਰ ਵਸਦਾ ਹੈ। ਇਸੇ ਕਰਕੇ ਬ੍ਰਹਮ ਗਿਆਨੀ ਦੇ ਅੰਗ ਸੰਗ ਪਰਮਾਤਮਾ ਵਸਦਾ ਹੈ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਆਧਾਰ ਤੋਂ ਭਾਵ ਆਸਰਾ। ਬ੍ਰਹਮ ਗਿਆਨੀ ਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਆਸਰਾ ਹੈ ਜਾਂ ਟੇਕ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ ਅਤੇ ਨਾਮ ਹੀ ਉਸ ਦਾ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਸਦਾ ਸਦ ਤੋਂ ਭਾਵ ਹਰੇਕ ਟਾਈਮ। ਬ੍ਰਹਮ ਗਿਆਨੀ ਸਦਾ ਵਿਕਾਰਾਂ ਦੇ ਹਮਲੇ ਵੱਲੋਂ ਸੁਚੇਤ ਰਹਿੰਦਾ ਹੈ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਅਹੰ ਤੋਂ ਭਾਵ ਮੈਂ। ਜਿਹੜੀ ਬੁੱਧੀ ਮੈਂ ਕਰਦੀ ਹੈ ਇਹਨੂੰ ਤਿਆਗ ਦਿੰਦਾ, ਭਾਵ ਛੱਡ ਦਿੰਦਾ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਪਰਮਾਨੰਦ ਤੋਂ ਭਾਵ ਉੱਚੇ ਸੁੱਖ ਦਾ ਮਾਲਕ ਅਕਾਲ ਪੁਰਖ। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਵਸਦਾ ਹੈ। ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ। ਤਾਹੀਓਂ ਬ੍ਰਹਮ ਗਿਆਨੀ ਦੇ ਹਿਰਦੇ ਰੂਪ ਘਰ ਦੇ ਵਿੱਚ ਸਦਾ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਬ੍ਰਹਮ ਗਿਆਨੀ ਮਨੁੱਖ ਸੁੱਖ ਅਤੇ ਸ਼ਾਂਤੀ ਵਿੱਚ ਟਿਕਿਆ ਰਹਿੰਦਾ ਹੈ, ਅਡੋਲ ਅਵਸਥਾ ਦੇ ਵਿੱਚ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਹੇ ਨਾਨਕ, ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਹੈ, ਇਸ ਉੱਚੀ ਆਤਮਿਕ ਅਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬੇਤਾ ਤੋਂ ਭਾਵ ਜਾਣਨ ਵਾਲਾ, ਵਾਕਿਫ। ਬ੍ਰਹਮ ਗਿਆਨੀ ਮਨੁੱਖ ਅਕਾਲ ਪੁਰਖ ਦਾ ਮਹਿਰਮ ਬਣ ਜਾਂਦਾ ਹੈ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਪਰਮਾਤਮਾ ਨੂੰ ਜਾਣਨ ਲੱਗ ਜਾਂਦੇ ਹਨ। ਬ੍ਰਹਮ ਗਿਆਨੀ ਏਕ ਸੰਗ ਹੇਤਾ ਅਤੇ ਉਹ ਇੱਕ ਪ੍ਰਭੂ ਨਾਲ ਹੇਤਾ ਤੋਂ ਭਾਵ ਪਿਆਰ ਕਰਦਾ ਹੈ। ਬ੍ਰਹਮ ਗਿਆਨੀ ਕੈ ਹੋਏ ਅਚਿੰਤ। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਹੋਏ ਅਚਿੰਤ। ਅਚਿੰਤ ਤੋਂ ਭਾਵ ਬੇਫਿਕਰ। ਜੋ ਹੋ ਰਿਹਾ ਭਾਣੇ ਦੇ ਵਿੱਚ ਹੋ ਰਿਹਾ, ਇਹ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਸਿਰਫ ਕਹਿਣ ਮਾਤਰ ਨਹੀਂ, ਮਨ ਦੇ ਵਿੱਚ ਬੇਫਿਕਰੀ ਰਹਿੰਦੀ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਉਸ ਦਾ ਉਪਦੇਸ਼ ਵੀ ਹੋਰਨਾਂ ਨੂੰ ਪਵਿੱਤਰ ਕਰ ਦਿੰਦਾ ਹੈ। ਨਿਰਮਲ, ਮੈਲ ਰਹਿਤ। ਮੰਤ ਤੋਂ ਭਾਵ ਮੰਤਰ ਕਹਿ ਲਓ, ਉਪਦੇਸ਼ ਕਹਿ ਲਓ। ਜੋ ਸਾਨੂੰ ਉਪਦੇਸ਼ ਦਿੰਦੇ ਹਨ, ਜੇ ਅਸੀਂ ਉਸ ਉਪਦੇਸ਼ ਨੂੰ ਧਾਰਨ ਕਰੀਏ ਤਾਂ ਅਸੀਂ ਵੀ ਮੈਲ ਰਹਿਤ ਹੋ ਜਾਵਾਂਗੇ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਉਹੀ ਮਨੁੱਖ ਬ੍ਰਹਮ ਗਿਆਨੀ ਬਣਦਾ ਹੈ। ਭਾਵ ਇਹ ਅਵਸਥਾ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਕਰੈ ਪ੍ਰਭ ਆਪ, ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਵੱਡ ਤੋਂ ਭਾਵ ਵੱਡਾ।
ਪ੍ਰਤਾਪ ਤੋਂ ਭਾਵ ਬ੍ਰਹਮ ਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ। ਉਹਨਾਂ ਦੀ ਸ਼ੋਭਾ, ਉਹਨਾਂ ਦੀ ਵਡਿਆਈ ਬਹੁਤ ਵੱਡੀ ਹੈ। ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ। ਬ੍ਰਹਮ ਗਿਆਨੀ ਦੇ ਦੀਦਾਰ ਵੱਡੇ ਭਾਗਾਂ ਨਾਲ ਪ੍ਰਾਪਤ ਕਰੀਦੇ ਹਨ। ਅੱਜ ਦੇ ਸਮੇਂ ਅਨੁਸਾਰ ਸ਼ਾਇਦ ਜੇ ਕਿਰਪਾ ਬਹੁਤ ਹੋ ਜਾਵੇ ਤਾਂ ਕਿਤੇ ਵੱਡਿਆਂ ਭਾਗਾਂ ਨਾਲ ਦਰਸ਼ਨ ਹੋਣਗੇ, ਪਰ ਗੁਰੂ ਗ੍ਰੰਥ ਸਾਹਿਬ ਜੀ ਆਪ ਬ੍ਰਹਮ ਗਿਆਨੀ ਹਨ, ਆਪ ਪਰਮਾਤਮਾ ਦਾ ਰੂਪ ਹਨ। ਅਸੀਂ ਉਹਨਾਂ ਦੇ ਜਿਹੜੇ ਕਹੇ ਬਚਨ ਨੇ, ਜੋ ਅਸੀਂ ਬਾਣੀ ਸੁਣਦੇ ਹਾਂ, ਹੁਕਮਨਾਮਾ ਸੁਣਦੇ ਹਾਂ, ਉਹ ਬ੍ਰਹਮ ਗਿਆਨੀ ਦੇ ਹੀ ਹੁਕਮਨਾਮੇ ਹਨ, ਕਿਉਂਕਿ ਉਹ ਆਪ ਪਰਮਾਤਮਾ ਰੂਪ ਹਨ। ਇਸ ਕਰਕੇ ਜੇ ਅਸੀਂ ਉਹਨਾਂ ਬਚਨਾਂ 'ਤੇ ਤੁਰੀਏ ਤਾਂ ਸਾਡਾ ਵੀ ਉਧਾਰ ਹੋ ਸਕਦਾ ਹੈ। ਬ੍ਰਹਮ ਗਿਆਨੀ ਕਉ ਬਲ ਬਲ ਜਾਈਐ। ਬ੍ਰਹਮ ਗਿਆਨੀ ਤੋਂ ਸਦਾ ਸਦ ਕੇ ਜਾਈਏ। ਬਲ ਬਲ ਤੋਂ ਭਾਵ ਬਾਰ ਬਾਰੀ, ਹਮੇਸ਼ਾ ਸਦਕੇ। ਬ੍ਰਹਮ ਗਿਆਨੀ ਕਉ ਖੋਜ ਹੈ ਮਹੇਸ਼ੁਰ। ਮਹੇਸ਼ੁਰ ਤੋਂ ਭਾਵ ਮਹਾ ਈਸ਼ਰ। ਸ਼ਿਵ ਜੀ ਆਦਿਕ ਦੇਵਤੇ ਵੀ ਬ੍ਰਹਮ ਗਿਆਨੀ ਦੀ ਪਾਲਣਾ ਕਰਦੇ ਹਨ, ਵੀ ਸਾਨੂੰ ਵੀ ਉਹਨਾਂ ਦੇ ਦਰਸ਼ਨ ਹੋ ਜਾਣ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਕਿਉਂਕਿ ਗੁਰੂ ਸਾਹਿਬ ਦੱਸਦੇ ਹਨ, ਜਿਹੜੇ ਬ੍ਰਹਮ ਗਿਆਨੀ ਮਨੁੱਖ ਹਨ ਉਹ ਆਪ ਪਰਮਾਤਮਾ ਦਾ ਰੂਪ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਬ੍ਰਹਮ ਗਿਆਨੀ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕੀਮਤ ਨਾ ਹੈ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੈ। ਕਿਉਂਕਿ ਸਾਰੇ ਹੀ ਗੁਣ ਬ੍ਰਹਮ ਗਿਆਨੀ ਦੇ ਅੰਦਰ ਹਨ, ਜਿਤਨੇ ਵੀ ਸ਼ੁਭ ਗੁਣ ਹਨ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਭੇਦ ਤੋਂ ਭਾਵ ਰਾਜ਼। ਕਿਹੜਾ ਮਨੁੱਖ ਬ੍ਰਹਮ ਗਿਆਨੀ ਦੀ ਉੱਚੀ ਜ਼ਿੰਦਗੀ ਦਾ ਭੇਤ ਪਾ ਸਕਦਾ ਹੈ। ਆਪਾਂ ਸਿਰਫ ਇਹੀ ਕਹਿ ਸਕਦੇ ਹਾਂ, ਬ੍ਰਹਮ ਗਿਆਨੀ ਕਉ ਸਦਾ ਆਦੇਸ਼। ਆਦੇਸ਼ ਤੋਂ ਭਾਵ ਪ੍ਰਣਾਮ, ਨਮਸਕਾਰ, ਆਦਰ, ਸਤਿਕਾਰ। ਬ੍ਰਹਮ ਗਿਆਨੀ ਦੇ ਅੱਗੇ ਸਦਾ ਝੁਕ ਜਾਣਾ ਹੀ ਫੱਬਦਾ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ। ਖੱਖੇ ਦੇ ਪੈਰ ਦੇ ਵਿੱਚ ਯਈ ਹੈ ਅਤੇ ਇਸ ਨੂੰ ਆਪਾਂ ਉਚਾਰਨ ਕਰਾਂਗੇ ਅਦਾਖਿਰ। ਅਦਾਖਿਰ ਤੋਂ ਭਾਵ ਅੱਧਾ ਅੱਖਰ। ਉਹਨਾਂ ਦੀ ਜਿਹੜੀ ਅਵਸਥਾ ਹੈ, ਉਸ ਦੀ ਮਹਿਮਾ ਦਾ ਅਸੀਂ ਅੱਧਾ ਅੱਖਰ ਵੀ ਨਹੀਂ ਬਿਆਨ ਕਰ ਸਕਦੇ, ਭਾਵ ਉਹ ਇਤਨੀ ਉੱਚੀ ਅਵਸਥਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਬਾਣੀ ਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਲਿਖੀ ਹੈ। ਇਹ ਬਹੁਤ ਹੀ ਉੱਚੀ ਅਵਸਥਾ ਹੈ, ਜਿਸ ਦਾ ਅਸੀਂ ਅੱਧਾ ਅੱਖਰ ਵੀ ਨਹੀਂ ਬਿਆਨ ਕਰ ਸਕਦੇ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨ ਦੀ ਜਿਹੜੀ ਅਵਸਥਾ ਹੈ, ਇਹ ਸਾਰੇ ਜੀਵਾਂ ਦਾ ਠਾਕੁਰ ਤੋਂ ਭਾਵ ਮਾਲਕ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਇਸ ਉੱਚੀ ਅਵਸਥਾ ਦਾ ਮਿਤ ਤੋਂ ਭਾਵ ਮਰਿਆਦਾ। ਇਸ ਉੱਚੀ ਅਵਸਥਾ ਦੀ ਜਿਹੜੀ ਮਰਿਆਦਾ ਹੈ, ਇਸ ਦਾ ਅੰਦਾਜ਼ਾ ਕੌਣ ਲਗਾ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਗੁਰੂ ਸਾਹਿਬ ਕਹਿੰਦੇ ਹਨ, ਇਸ ਅਵਸਥਾ ਦੀ ਜਿਹੜੀ ਗਤ ਤੋਂ ਭਾਵ ਹਾਲਤ ਹੈ, ਇਹ ਉਸ ਵਰਗਾ ਕੋਈ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਅੰਤ ਨਾ ਪਾਰ ਤੋਂ ਭਾਵ ਕੋਈ ਹੱਦ ਬੰਨਾ ਨਹੀਂ। ਜਿਵੇਂ ਸਮੁੰਦਰ ਕਿੱਥੋਂ ਸਟਾਰਟ ਹੈ, ਕਿੱਥੇ ਖ਼ਤਮ ਹੈ, ਇਹਦਾ ਹੀ ਨਹੀਂ ਅੰਤ। ਅਤੇ ਇਸੇ ਪ੍ਰਕਾਰ ਉਹ ਜਿਹੜੇ ਬ੍ਰਹਮ ਗਿਆਨੀ ਦੇ ਗੁਣਾਂ ਦੇ ਸਮੁੰਦਰ ਦਾ ਕੋਈ ਹੱਦ ਬੰਨਾ ਨਹੀਂ।
ਵੀ ਕਿੰਨੇ ਗੁਣ ਹਨ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਸਾਨੂੰ ਤਾਂ ਇਹੀ ਫੱਬਦਾ ਹੈ ਕਿ ਆਪਾਂ ਜੋ ਇਸ ਅਵਸਥਾ ਦੇ ਮਾਲਕ ਹਨ, ਜਾਂ ਗੁਰੂ ਸਾਹਿਬ ਜਾਂ ਗੁਰੂ ਦੇ ਪਿਆਰੇ ਭਗਤ, ਉਹਨਾਂ ਨੂੰ ਹਮੇਸ਼ਾ ਨਮਸਕਾਰ ਕਰੀਏ, ਭਾਵ ਉਹਨਾਂ ਦੀ ਸੰਗਤ 'ਚ ਜੁੜੀਏ, ਉਹਨਾਂ ਦੇ ਚਰਨਾਂ 'ਤੇ ਪਿਆ ਰਹੋ ਤੋਂ ਭਾਵ ਅਰਦਾਸ ਕਰੀਏ ਵੀ ਸਾਨੂੰ ਵੀ ਉਸ ਪਰਮਾਤਮਾ ਨਾਲ ਜੋੜ ਲਵੋ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸ੍ਰਿਸ਼ਟ ਤੋਂ ਭਾਵ ਦੁਨੀਆ, ਕਰਤਾ ਤੋਂ ਭਾਵ ਕਰਨ ਵਾਲਾ। ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਹੈ, ਇਹ ਸਾਰੇ ਜਗਤ ਦਾ ਬਣਾਉਣ ਵਾਲਾ ਹੈ, ਕਿਉਂਕਿ ਉਹ ਆਪ ਪਰਮਾਤਮਾ ਦਾ ਰੂਪ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹ ਜਿਹੜੀ ਅਵਸਥਾ ਹੈ, ਉਹਦਾ ਕਦੇ ਨਾਸ ਨਹੀਂ ਹੁੰਦਾ। ਸਰੀਰ ਜ਼ਰੂਰ ਖਤਮ ਹੋ ਜਾਂਦਾ ਹੈ, ਜਿਵੇਂ ਕਿ ਬਾਬਾ ਬੁੱਢਾ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਇਹਨਾਂ ਦੀ ਜਿਹੜੀ ਅਵਸਥਾ ਹੈ ਉਹ ਬ੍ਰਹਮ ਗਿਆਨ ਦੀ ਅਵਸਥਾ ਹੈ। ਇਹਨਾਂ ਦੇ ਸਰੀਰ ਅੱਜ ਨਹੀਂ ਹਨ, ਪਰ ਫਿਰ ਵੀ ਪੂਜਨੀਕ ਹਨ। ਇਸ ਕਰਕੇ ਗੁਰੂ ਸਾਹਿਬ ਦੱਸਦੇ ਹਨ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਜਿਹੜੀ ਇਹ ਅਵਸਥਾ ਹੈ, ਇਹ ਮੁਕਤੀ ਦੀ ਜੁਗਤੀ, ਆਤਮਿਕ ਜ਼ਿੰਦਗੀ ਦੇਣ ਵਾਲੀ। ਜੀ ਕਾ ਦਾਤਾ ਤੋਂ ਭਾਵ ਜੀਵਾਂ ਨੂੰ ਆਤਮਿਕ ਜ਼ਿੰਦਗੀ ਦੇਣ ਵਾਲੇ ਹੁੰਦੇ ਹਨ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਉਹੀ ਪੂਰਨ ਪੁਰਖ ਵਿਧਾਤਾ ਤੋਂ ਭਾਵ ਪੈਦਾ ਕਰਨ ਵਾਲੇ ਹੁੰਦੇ ਹਨ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਅਨਾਥ ਹੁੰਦਾ ਜਿਸ ਦਾ ਕੋਈ ਮਾਲਕ ਨਹੀਂ, ਨਾਥ ਹੁੰਦਾ ਮਾਲਕ। ਜਿਨ੍ਹਾਂ ਦਾ ਇਸ ਦੁਨੀਆ 'ਤੇ ਕੋਈ ਨਹੀਂ, ਉਹਨਾਂ ਦੇ ਮਾਲਕ ਹਨ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਜੋ ਮਰਜ਼ੀ ਜੀਵ, ਭਾਵੇਂ ਉਹ ਗਰੀਬ ਹੈ, ਭਾਵੇਂ ਉਹ ਅਮੀਰ ਹੈ, ਭਾਵੇਂ ਉਹ ਜਾਤ ਉੱਚੀ ਹੈ, ਭਾਵੇਂ ਨੀਚੀ ਹੈ, ਭਾਵੇਂ ਰੰਗ ਗੋਰਾ ਹੈ, ਭਾਵੇਂ ਕਾਲਾ ਹੈ, ਗੁਰੂ ਸਾਹਿਬ ਕਹਿੰਦੇ ਨੇ ਜੇ ਅਸੀਂ ਬ੍ਰਹਮ ਗਿਆਨੀ ਦੀ ਸ਼ਰਨ ਆ ਜਾਈਏ ਤਾਂ ਉਹ ਸਭ ਦੀ ਸਹਾਇਤਾ ਕਰਦੇ ਹਨ। ਸਭ ਉੱਪਰ ਹਾਥ ਭਾਵ ਆਪਣੀ ਦਇਆ ਦ੍ਰਿਸ਼ਟੀ ਨਾਲ ਉਧਾਰ ਕਰਦੇ ਹਨ, ਸ਼ੁਭ ਗੁਣ ਪ੍ਰਦਾਨ ਕਰਦੇ ਹਨ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਇਹ ਜਿਤਨਾ ਵੀ ਆਕਾਰ ਆਪਾਂ ਦੇਖ ਰਹੇ ਹਾਂ ਅੱਖਾਂ ਨਾਲ, ਇਹ ਬ੍ਰਹਮ ਗਿਆਨੀ ਦਾ ਆਪਣਾ ਆਕਾਰ ਹੈ। ਸਾਰਾ ਦਿਸਦਾ ਜਗਤ ਬ੍ਰਹਮ ਗਿਆਨੀ ਦਾ ਆਪਣਾ ਹੈ, ਕਿਉਂਕਿ ਗੁਰੂ ਸਾਹਿਬ ਦੱਸਦੇ ਹਨ, ਬ੍ਰਹਮ ਗਿਆਨੀ ਆਪ ਨਿਰੰਕਾਰ। ਜਿਹੜੀ ਬ੍ਰਹਮ ਗਿਆਨ ਦੀ ਉੱਚੀ ਅਵਸਥਾ ਹੈ, ਉਹ ਪਰਮਾਤਮਾ ਆਪ ਉਸ ਦੇ ਵਿੱਚ ਵਾਸਾ ਕਰਦੇ ਹਨ। ਆਪ ਨਿਰੰਕਾਰ, ਉਹ ਤਾਂ ਪ੍ਰਤੱਖ ਆਪ ਹੀ ਰੱਬ ਹੈ। ਬ੍ਰਹਮ ਗਿਆਨੀ ਕੀ ਸ਼ੋਭਾ। ਬ੍ਰਹਮ ਗਿਆਨੀ ਬਣੀ। ਬਣੀ ਤੋਂ ਭਾਵ ਫੱਬਦੀ, ਸੋਹਣਾ ਲੱਗਦਾ। ਇਹ ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਹੈ, ਇਸ ਦੀ ਜਿਹੜੀ ਮਹਿਮਾ ਹੈ, ਕੋਈ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ। ਆਮ ਇਨਸਾਨ ਇਹ ਨਹੀਂ ਦੱਸ ਸਕਦਾ ਵੀ ਉਹ ਕਿੱਡੀ ਉੱਚੀ ਅਵਸਥਾ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਧਨੀ ਤੋਂ ਭਾਵ ਮਾਲਕ। ਹੇ ਨਾਨਕ, ਬ੍ਰਹਮ ਗਿਆਨੀ ਸਭ ਜੀ